हाँ जी, ਤਾਂ ਆਪਾਂ ਕੀ ਪੜ੍ਹ ਰਹੇ ਸੀ ਮਗਧ ਮਹਾਜਨਪਦ, ਠੀਕ ਹੈ। ਤਾਂ ਮਗਧ ਮਹਾਜਨਪਦ ਦੇ ਵਿੱਚ ਅਸੀਂ ਕੀ ਦੇਖ ਰਹੇ ਸੀ, ਹਰਿਅੰਕ ਵੰਸ਼ ਨੂੰ। ਜਿਵੇਂ ਕਿ ਸਾਨੂੰ ਪਤਾ ਹੈ ਕਿ ਮਗਧ ਮਹਾਜਨਪਦ ਦੇ ਵਿੱਚ ਕਿੰਨੇ ਵੰਸ਼ਾਂ ਨੇ ਰਾਜ ਕਰਿਆ, ਮੁੱਖ ਰੂਪ ਦੇ ਵਿੱਚ 7 ਵੰਸ਼ਾਂ ਨੇ ਰਾਜ ਕਰਿਆ। ਤਾਂ ਉਹਨਾਂ ਵਿੱਚੋਂ ਪਹਿਲਾ ਵੰਸ਼ ਸੀ ਸਾਡਾ ਹਰਿਅੰਕ ਵੰਸ਼। ਹਰਿਅੰਕ ਵੰਸ਼ ਦੇ ਵਿੱਚ ਅਸੀਂ ਕੀ ਹੈ, ਬਿੰਬੀਸਾਰ ਨੂੰ ਪੜ੍ਹ ਲਿਆ ਸੀ, ਠੀਕ ਹੈ। ਹੁਣ ਅਸੀਂ ਪੜਾਂਗੇ ਬਿੰਬੀਸਾਰ ਦਾ ਪੁੱਤਰ ਅੱਗੇ ਜਿਹੜਾ ਹੈ ਉਹਦੀ ਰਾਜਗੱਦੀ ਸੰਭਾਲਦਾ ਹੈ, ਆਪਣੇ ਪਿਤਾ ਨੂੰ ਹੀ ਮਾਰ ਕੇ ਉਹ ਰਾਜਗੱਦੀ ਤੇ ਬੈਠਾ ਹੁੰਦਾ ਹੈ। ਕੌਣ ਸੀ ਉਹ, ਅਜਾਤ ਸ਼ਤਰੂ, ਠੀਕ ਹੈ ਜੀ। ਤਾਂ ਦੇਖ ਲੈਂਦੇ ਹਾਂ ਆਪਾਂ ਕੀ ਪੜ੍ਹ ਰਹੇ ਸੀ ਆਪਾਂ, ਮਗਧ ਮਹਾ ਜਨਪਦ, ਠੀਕ ਹੈ। ਮਗਧ ਮਹਾ ਜਨਪਦ ਦੇ ਵਿੱਚ ਅਸੀਂ ਕਿਹਨੂੰ ਪੜ੍ਹ ਰਹੇ ਹਾਂ, ਹਰਿਅੰਕ ਵੰਸ਼ ਨੂੰ, ਠੀਕ ਹੈ ਜੀ। ਹਰਿਅੰਕ ਵੰਸ਼ ਨੂੰ ਪੜ੍ਹ ਰਹੇ ਹਾਂ, ਜਿਹਦਾ ਸਮਾਂ ਕੀ ਹੈ 544 ਤੋਂ 412 BC ਦਾ ਸਮੇਂ ਹੈ। ਤੇ ਇਹਦੇ ਵਿੱਚ ਕਿੰਨੇ ਰਾਜਿਆਂ ਨੇ ਰਾਜ ਕਰਿਆ, 4 ਰਾਜਿਆਂ ਨੇ ਰਾਜ ਕਰਿਆ, ਠੀਕ ਹੈ ਜੀ। ਤਾਂ ਇਹ ਸੀ ਹਰਿਅੰਕ ਵੰਸ਼ ਦੇ ਬਾਰੇ ਚ। ਤਾਂ ਹਰਿਅੰਕ ਵੰਸ਼ ਦਾ ਜਿਹੜਾ ਪਹਿਲਾ ਰਾਜਾ ਬਣਦਾ ਹੈ ਉਹ ਕੌਣ ਹੈ, that is ਬਿੰਬੀਸਾਰ, ਠੀਕ ਹੈ। ਬਿੰਬੀਸਾਰ ਦੇ ਬਾਰੇ ਚ ਅਸੀਂ ਕਿਹੜੀਆਂ ਗੱਲਾਂ ਦੇਖ ਲਈਆਂ ਸੀ। ਇਹ ਜਿਹੜਾ ਰਾਜਾ ਸੀ ਇਹ ਕੀ ਸੀਗਾ, ਬਹੁਤ ਹੀ ਚਤੁਰ ਰਾਜਾ ਸੀ, ਠੀਕ ਹੈ। ਇਹਨੇ ਕੀ ਕਰਿਆ ਸੀ, ਵਿਸ਼ਾਲੀ ਦੇ ਉੱਪਰ ਹਮਲਾ ਕਰਿਆ ਸੀ। ਹਮਲਾ ਕਰਕੇ ਪਰ ਇਹ ਉਹਨੂੰ ਆਪਣੇ ਰਾਜ ਦੇ ਵਿੱਚ ਫਿਰ ਵੀ ਮਿਲਾ ਨਾ ਪਾਇਆ, ਠੀਕ ਹੈ। ਵਿਸ਼ਾਲੀ ਤੇ ਪਹਿਲਾ ਹਮਲਾ ਕਰਨ ਵਾਲਾ ਕੌਣ ਸੀ, ਬਿੰਬੀਸਾਰ। ਫਿਰ ਇਸਨੇ ਕੀ ਕਰਿਆ ਸੀ, ਅਵੰਤੀ ਦੇ ਵਿੱਚ ਡਾਕਟਰ ਜੀਵਿਕ, ਹੈ ਨਾ, ਕਿਹੜਾ ਡਾਕਟਰ ਭੇਜਿਆ ਸੀ, ਡਾਕਟਰ ਜੀਵਿਕ ਨੂੰ ਭੇਜਿਆ ਸੀ। ਕਿਹਦਾ ਇਲਾਜ ਕਰਾਉਣ ਲਈ, ਰਾਜਾ ਅਵੰਤੀ ਦਾ ਰਾਜਾ ਚੰਦ ਪ੍ਰਦੋਤਿਆ ਦਾ, ਠੀਕ ਹੈ। ਅਵੰਤੀ ਦਾ ਰਾਜਾ ਚੰਦ ਪ੍ਰਦੋਤਿਆ ਦਾ ਇਲਾਜ ਕਰਨ ਲਈ ਡਾਕਟਰ ਜੀਵਿਕ ਨੂੰ ਭੇਜਿਆ ਸੀ, ਠੀਕ ਹੈ ਜੀ। ਇਸ ਸਮੇਂ ਜਿਹੜੀ ਰਾਜਧਾਨੀ ਸੀਗੀ ਉਹ ਕਿਹੜੀ ਰਾਜਧਾਨੀ ਸੀ, ਮਗਧ ਦੀ ਰਾਜਧਾਨੀ ਕਿਹੜੀ ਸੀ ਬਿੰਬੀਸਾਰ ਦੇ ਸਮੇਂ, ਸ਼ੁਰੂਆਤੀ ਦੌਰ ਹੈ ਤਾਂ ਰਾਜਧਾਨੀ ਕਿਹੜੀ ਸੀ, ਰਾਜਗਿਰੀ, ਠੀਕ ਹੈ। ਰਾਜਗਿਰੀ ਨੂੰ ਹੀ ਰਾਜਗੀਰ ਵੀ ਕਿਹਾ ਗਿਆ, ਠੀਕ ਹੈ ਜੀ। ਰਾਜਗਿਰੀ ਬੋਲੋ ਜਾਂ ਰਾਜਗੀਰ, ਇੱਕੋ ਹੀ ਗੱਲ ਹੈ, ਠੀਕ ਹੈ। ਫਿਰ ਇਹਨੇ ਆਪਣੇ ਜਿਹੜੇ ਖੇਤਰਫਲ ਦਾ ਵਿਸਤਾਰ ਹੈ, ਖੇਤਰਫਲ ਦਾ ਜਿਹੜਾ ਵਿਸਤਾਰ ਹੈ ਉਹ ਕਿਵੇਂ ਕੀਤਾ, ਵਿਆਹ ਦੇ ਜ਼ਰੀਏ ਕੀਤਾ, ਠੀਕ ਹੈ। ਕਿਹਦੇ ਨਾਲ ਕਰਿਆ, ਵਿਆਹ ਦੇ ਜ਼ਰੀਏ। ਹੁਣ ਇਹਦੇ 3 ਵਿਆਹ ਆਪਾਂ ਨੇ ਯਾਦ ਰੱਖਣੇ ਨੇ। ਉਹ 3 ਮੁੱਖ ਵਿਆਹ ਕਿਹੜੇ ਕਿਹੜੇ ਸੀਗੇ, ਠੀਕ ਹੈ। ਆਪਾਂ ਇਹਨੇ 3 ਵਿਆਹ ਯਾਦ ਰੱਖਣੇ ਨੇ। 3 ਵਿਆਹ ਕਿਹੜੇ ਕਿਹੜੇ ਨੇ, ਪਹਿਲਾ ਵਿਆਹ ਸੀ ਸਾਡਾ ਕਿਹੜਾ ਸੀ, ਮਹਾਵੀਰ ਦੇ, ਜਿਹੜੇ 24ਵੇਂ ਤੀਰਥੰਕਰ ਹੋਏ ਜੈਨ ਧਰਮ ਦੇ ਵਿੱਚ, ਮਹਾਵੀਰ ਸਵਾਮੀ ਮਹਾਵੀਰ ਜੀ ਦੇ ਮਾਮਾ ਦੀ ਬੇਟੀ ਕੌਣ ਸੀਗੀ, ਇਹਨਾਂ ਦੀ ਪੁੱਤਰੀ ਕੌਣ ਸੀ, ਚੈਲੇਨਾ ਦੇ ਨਾਲ ਹੋਇਆ, ਠੀਕ ਹੈ। ਕਿੱਥੋਂ ਸੀ ਇਹ, ਵਿਸ਼ਾਲੀ ਤੋਂ, ਠੀਕ ਹੈ ਜੀ। ਵਿਸ਼ਾਲੀ ਕੀ ਹੋ ਗਿਆ, ਕੰਟਰੋਲ ਚ ਆ ਗਿਆ, ਠੀਕ ਹੈ। ਜਦੋਂ ਵਿਆਹ ਕਰ ਲਿਆ ਤਾਂ ਕੀ ਹੋ ਗਿਆ, ਜਦ ਕੁੜੀ ਕੰਟਰੋਲ ਹੋ ਗਈ ਫਿਰ, ਠੀਕ ਹੈ। ਸਹੁਰੇ ਤਾਂ ਪਤਾ ਹੀ ਹੈ ਨਾ। ਦੂਸਰਾ ਕੌਸ਼ਲ ਦੇ ਵਿੱਚ, ਕੌਸ਼ਲ ਦੇ ਰਾਜਾ ਸੀਗੇ, ਕੌਸ਼ਲ ਦੇ ਰਾਜਾ ਕੌਣ ਸੀ, ਪ੍ਰਸੰਨਜੀਤ, ਠੀਕ ਹੈ ਜੀ। ਕੌਸ਼ਲ ਦੇ ਰਾਜਾ ਪ੍ਰਸੰਨਜੀਤ ਦੀ ਭੈਣ ਨਾਲ, ਠੀਕ ਹੈ। ਕੌਣ ਸੀ ਭੈਣ, ਕੌਸ਼ਲਿਆ। ਕੌਸ਼ਲਿਆ ਦੇ ਨਾਲ ਇਹਨਾਂ ਨੇ ਕੀ ਕੀਤਾ, ਵਿਆਹ ਕਰ ਲਿਆ ਬਿੰਬੀਸਾਰ ਨੇ, ਠੀਕ ਹੈ ਜੀ। ਕਲੀਅਰ ਹੈ। ਤੇ ਤੀਸਰਾ ਵਿਆਹ ਕਿਹੜਾ ਕਰਿਆ ਸੀਗਾ, ਤੀਸਰਾ ਵਿਆਹ ਜਿਹੜਾ ਸੀ ਉਹ ਕੀ ਸੀਗਾ, ਪੰਜਾਬ ਦੇ ਮਦਰਾ ਵੰਸ਼, ਠੀਕ ਹੈ। ਮਦਰਾ ਵੰਸ਼ ਦੀ ਬੇਟੀ ਕੌਣ ਸੀਗੀ, ਖੇਮਾ ਦੇ ਨਾਲ, ਠੀਕ ਹੈ। ਵਿਆਹ ਕਰਕੇ ਇਹਨਾਂ ਨੇ ਆਪਣੇ ਖੇਤਰਫਲ ਦਾ ਕੀ ਕਰ ਲਿਆ, ਵਿਸਥਾਰ ਕਰ ਲਿਆ। ਕਿਹਦੀ ਗੱਲ ਹੋ ਰਹੀ ਹੈ ਇਹ, ਬਿੰਬੀਸਾਰ ਦੀ, ਜਿਹੜਾ ਕਿ ਕਿਹੜੇ ਵੰਸ਼ ਨੂੰ ਬਿਲੋਂਗ ਕਰਦਾ ਸੀ, ਹਰਿਅੰਕ ਵੰਸ਼ ਨੂੰ ਬਿਲੋਂਗ ਕਰਦਾ ਸੀ, ਠੀਕ ਹੈ। ਤਾਂ ਇਹ ਗੱਲਾਂ ਨੇ ਜਿਹੜੀਆਂ ਸੀ ਦੇਖ ਲਈਆਂ ਸੀ ਤੇ ਯਾਦ ਰੱਖਣੀਆਂ ਨੇ ਬਿੰਬੀਸਾਰ ਦੇ ਬਾਰੇ ਚ। ਬਹੁਤ ਇੰਪੋਰਟੈਂਟ ਹੈ, ਸਵਾਲ ਪੁੱਛੇ ਹੋਏ ਨੇ, ਪਹਿਲਾਂ ਵੀ ਆਏ ਹੋਏ ਨੇ ਇਹ ਪੇਪਰਾਂ ਦੇ ਵਿੱਚ ਸਵਾਲ, ਕਿ ਵਿਸ਼ਾਲੀ ਤੇ ਪਹਿਲਾ ਹਮਲਾ ਕਰਨ ਵਾਲਾ ਰਾਜਾ ਕੌਣ ਸੀ, ਕੌਣ ਸੀ ਉਹ, ਬਿੰਬੀਸਾਰ। ਅਵੰਤੀ ਦੇ ਵਿੱਚ ਜਿਹੜਾ ਡਾਕਟਰ ਭੇਜਿਆ ਸੀ ਉਹਦਾ ਕੀ ਨਾਮ ਸੀ, ਡਾਕਟਰ ਜੀਵਿਕ। ਬਿੰਬੀਸਾਰ ਦੇ ਸਮੇਂ ਰਾਜਧਾਨੀ ਕਿਹੜੀ ਸੀ, ਰਾਜਗਿਰੀ। ਵਿਆਹ ਜਿਹੜੇ ਨੇ ਉਹ ਪੁੱਛੇ ਗਏ ਨੇ, ਚਾਲਨਾ ਕਿਹਦੀ ਸੀ, ਮਹਾਵੀਰ ਜੀ ਦੀ ਮਾਮਾ ਦੀ ਲੜਕੀ ਸੀ। ਕੌਸ਼ਲ ਨੂੰ ਦੀ ਕਿਹਦੇ ਨਾਲ ਕਰਿਆ, ਕੌਸ਼ਲਿਆ ਦੇ ਨਾਲ। ਤੇ ਪੰਜਾਬ 'ਚ ਜਿਹੜਾ ਕਰਿਆ ਸੀ ਖੇਮਾ ਦੇ ਨਾਲ, ਕਿਹੜੇ ਕਲੈਨ ਨੂੰ ਬਿਲੋਂਗ ਕਰਦੇ ਸੀ ਉਹ, ਮਦਰਾ ਕਲੈਨ ਨੂੰ, ਮਦਰਾ ਵੰਸ਼ ਦੇ ਨਾਲ ਬਿਲੋਂਗ ਕਰਦੇ ਸੀ, ਠੀਕ ਹੈ ਜੀ। ਤਾਂ ਹੁਣ ਇਸ ਤੋਂ ਬਾਅਦ ਬਿੰਬੀਸਾਰ ਦਾ ਜਿਹੜਾ ਪੁੱਤਰ ਹੈ ਉਹ ਕਿਸੇ ਦੀਆਂ ਗੱਲਾਂ ਦੇ ਵਿੱਚ ਆ ਕੇ ਉਹ ਕੀ ਕਰਦਾ, ਆਪਣੇ ਪਿਤਾ ਦੀ ਹੱਤਿਆ ਕਰ ਦਿੰਦਾ ਹੈ, ਠੀਕ ਹੈ। ਹਾਲਾਂਕਿ ਬਾਅਦ ਦੇ ਵਿੱਚ ਉਹਨੂੰ ਬੜਾ ਅਫਸੋਸ ਹੁੰਦਾ ਜਦੋਂ ਅਜਾਤ ਸ਼ਤਰੂ ਬਿੰਬੀਸਾਰ ਦਾ ਜੋ ਕਿ ਬੇਟਾ ਹੈ
ਠੀਕ ਹੈ, ਉਹਦੇ ਵਿੱਚ ਜਦੋਂ ਆਪਣੇ ਪੁੱਤਰ ਹੁੰਦਾ ਹੈ, ਜਦੋਂ ਅਜਾਤ ਸ਼ਤਰੂ ਦੇ ਵੀ ਆਪਣੇ ਪੁੱਤਰ ਹੁੰਦਾ ਹੈ ਤਾਂ ਉਹ ਆਪਣੀ ਬੜਾ ਹੀ ਖੁਸ਼ ਹੁੰਦਾ ਹੈ। ਤਾਂ ਆਪਣੀ ਮਾਂ ਨੂੰ ਜਾ ਕੇ ਪੁੱਛਦਾ ਹੈ ਕਿ ਮਾਂ ਜਦੋਂ ਮੈਂ ਹੋਇਆ ਸੀ ਕਿ ਮੇਰੇ ਪਿਤਾ ਵੀ ਇੰਨੇ ਖੁਸ਼ ਹੋਏ ਸੀਗੇ। ਤਾਂ ਉਹਦੀ ਮਾਂ ਫਿਰ ਉਹਨੂੰ ਸਾਰੀਆਂ ਪਿਛਲੀਆਂ ਬੀਤੇ ਸਮੇਂ ਦੀਆਂ ਘਟਨਾਵਾਂ ਦੱਸਦੀ ਹੈ ਕਿ ਤੇਰਾ ਪਿਤਾ ਇੰਨਾ ਖੁਸ਼ ਹੋਇਆ, ਇੰਨਾ ਖੁਸ਼ ਸੀਗਾ ਜਦੋਂ ਤੂੰ ਹੋਇਆ, ਇਹ ਵੀ ਕੁਝ ਵੰਡਿਆ ਜਾਂ ਏਦਾਂ ਜਸ਼ਨ ਮਨਾਏ ਗਏ, ਕਈ ਦਿਨਾਂ ਤੱਕ ਪ੍ਰੋਗਰਾਮ ਚੱਲਦੇ ਰਹੇ। ਠੀਕ ਹੈ, ਤਾਂ ਇਹ ਸਾਰੀਆਂ ਘਟਨਾਵਾਂ ਨੇ ਜਿਹੜੀਆਂ ਸੁਣਦੇ ਹੋਏ ਆਪਣੇ ਮਾਂ ਦੇ ਮੂੰਹੋਂ ਫਿਰ ਉਹਨੂੰ ਬੜਾ ਅਫਸੋਸ ਫੀਲ ਹੁੰਦਾ ਹੈ ਕਿ ਮੈਂ ਕਿਸੇ ਦੀ ਚੱਕ ਚਾ ਕੇ ਆਪਣੇ ਪਿਤਾ ਦਾ ਕੀ ਕਰਤਾ, ਖਾਤਮਾ करता। ठीक है, तो फिर वो बड़ा रोंदा है, पर वही है अब पछताए क्या है जब कुछ चिड़िया चुग गई खेत। ठीक है, तो पिता तो हुण मरे गया ना, बापू तो गड्डी चढ़ाता। ठीक है, हुण तू चाहे रो चाहे पिट। ठीक है, फिर इहदा की है बेटा आउंदा है। बेटा कौन है इहदा? अजात शत्रु। ठीक है, अजात शत्रु। दूसरा राजा कौन बनता है? अजात शत्रु। ठीक है, अजात शत्रु है जिहड़ा, ਇਹਦੇ ਹੋਰ ਵੀ ਨਾਮਾਂ ਨਾਲ ਇਹਨੂੰ ਜਾਣਿਆ ਜਾਂਦਾ ਹੈ। ਇਹਦਾ ਇੱਕ ਨਾਮ ਹੈ ਕੁਣਿਕ। ਠੀਕ ਹੈ, ਕੁਣਿਕ ਇਹ ਵੀ ਕੀ ਹੈ, ਬਹੁਤ ਹੀ ਚਤਰ ਰਾਜਾ ਸੀ। ਠੀਕ ਹੈ, ਰਾਜਾ ਬਣਨਾ ਹੈ ਤਾਂ ਚਤਰ ਹੋਣਾ ਹੀ ਪਊਗਾ, ਨਹੀਂ ਤਾਂ ਕੋਈ ਨਾ ਕੋਈ ਆਏਗਾ ਨਲਾਇਕ ਨੂੰ ਉਹ ਖਤਮ ਕਰ ਦੇਗਾ। ਠੀਕ ਹੈ, ਨਾਮ ਕੀ ਸੀ ਇਹਦਾ? ਕੁਣਿਕ ਵੀ ਇਹਨੂੰ ਕਿਹਾ ਜਾਂਦਾ ਸੀ। ਇੱਕ ਨਾਮ ਸੀ ਇਹਦਾ ਪਿਤਰਹੰਤਾ। ਪਿਤਰਹੰਤਾ। पितृहंता मतलब पिता दी हत्या करने वाला। ठीक है, तो इस करके इनू की है पितृहंता भी कहा गया। ठीक है जी, तो ये गल्लां याद रखनियां ने। दूसरा फिर जिहड़ी राजधानी सीगी, किहड़ी राजधानी सी? राजगिरी। ठीक है, राजधानी किहड़ी सी? राजगीर जिहड़ी राजधानी सी ਉਹਦੇ ਵਿੱਚ ਇਹ ਕੀ ਕਰਦਾ ਹੈ, ਕਿਲਾ ਬਣਵਾਉਂਦਾ ਹੈ। ठीक है, यानी कि ਉਹਦੀ ਕੀ ਕਰਾ ਦਿੰਦਾ ਹੈ, ਘੇਰਾਬੰਦੀ करवा दिंदा है। ठीक है जी, इस तो बाद फिर ये जो देखदा है भी मेरे पिता ने भी की है विशाली दे उपर हमला करिया सी, पर उन्होंने अपने राज दे विच अच्छी तरह ना मिला पाया। ठीक है, हालांकि विआह तां कर लिया सी चालना दे नाल, बट फिर भी की हुंदा है कि युद्ध दे दौरान जो चीज़ लित्ती हासिल की जाती है ਉਹਦਾ ਜਨੂਨ ਹੀ ਕੁਝ ਹੋਰ ਹੁੰਦਾ ਹੈ ਨਾ, ਉਹਦਾ ਚਾਅ ਹੀ ਕੁਝ ਹੋਰ ਹੁੰਦਾ ਹੈ। ਫਿਰ ਇਹ ਸੋਚਦਾ ਵੀ ਹੁਣ ਕਿਉਂ ਨਾ ਵਿਸ਼ਾਲੀ ਦੇ ਉੱਪਰ ਕੀ ਹੈ, ਹਮਲਾ ਬੋਲਿਆ ਜਾਏ। ਠੀਕ ਹੈ ਜੀ, ਤਾਂ ਫਿਰ ਇਹ ਵਿਸ਼ਾਲੀ ਦੇ ਉੱਪਰ ਹਮਲਾ ਬੋਲਣ ਲਈ ਕੀ ਕਰਦਾ, ਪਹਿਲਾਂ ਪੂਰੀ ਪਲੈਨਿੰਗ ਕਰਦਾ ਹੈ। ਪਲੈਨਿੰਗ ਦੇ ਦੌਰਾਨ ਹੀ ਕੀ ਕਰਦਾ ਹੈ, ਇਹਦੇ ਰਾਜ ਦੇ ਵਿੱਚ ਇੱਕ ਗੁਪਤਚਰ ਹੁੰਦਾ ਹੈ। ਕਿਹੜਾ ਗੁਪਤਚਰ? ਵਰਸ਼ਕਾਰ। ਇਹ ਵਰਸ਼ਕਾਰ ਨੂੰ ਕਹਿੰਦਾ ਹੈ ਕਿ ਤੂੰ 2-3 ਮਹੀਨੇ ਕੀ ਹੈ ਵਿਸ਼ਾਲੀ ਦੇ ਵਿੱਚ ਲਗਾ ਕੇ ਆ, ਉੱਥੋਂ ਦੀ ਜਿਹੜੀ ਖੁਫੀਆ ਜਾਣਕਾਰੀ ਹੈ ਉਹ ਤੂੰ ਇਕੱਠੀ ਕਰ। ਠੀਕ ਹੈ, ਤਾਂ ਫਿਰ ਵਰਸ਼ਕਾਰ ਕੀ ਹੈ ਉੱਥੇ 2-4 ਮਹੀਨੇ ਰਹਿੰਦਾ ਤੇ ਸਾਰੀ ਜਾਣਕਾਰੀ ਇਕੱਠੀ ਕਰਕੇ ਲਿਆਉਂਦਾ। ਫਿਰ ਉਹ ਜਾ ਕੇ ਦੱਸਦਾ ਹੈ ਅਜਾਤ ਸ਼ਤਰੂ ਨੂੰ ਕਿ ਭਾਈ ਉੱਥੇ ਲੜਨ ਲਈ ਆਪਾਂ ਨੂੰ ਵਿਸ਼ਾਲੀ ਨੂੰ ਜਿੱਤਣ ਲਈ ਸਾਨੂੰ 2 ਤਰ੍ਹਾਂ ਦੇ ਹਥਿਆਰਾਂ ਦੀ ਲੋੜ ਪਊਗੀ। ਠੀਕ ਹੈ, ਤਾਂ ਕਿਹੜੇ 2 ਹਥਿਆਰ ਸੀ? ਇੱਕ ਸੀਗਾ ਰਥ ਮੁਸਲ ਤੇ ਦੂਸਰਾ ਸੀ ਮਹਾਸ਼ੀਲ ਕਸ਼ਟਕ। ਠੀਕ ਹੈ ਜੀ, ਤਾਂ ਫਿਰ ਅਜਾਤ ਸ਼ਤਰੂ ਕੀ ਕਰਦਾ ਹੈ, ਉਹ 2 ਹਥਿਆਰ ਬਣਾਉਂਦਾ ਹੈ। ਬੇਸਿਕਲੀ ਉਹ ਕਿਸੇ ਬੜੇ ਬੜੇ ਪੱਥਰ ਸੀਗੇ, ਪੱਥਰਾਂ ਦੇ ਹਥਿਆਰ ਸੀ ਜਿਹੜੇ ਕਿ ਦੂਸਰੇ ਦੇ ਕਿਲੇ ਦੇ ਉੱਪਰ ਸਿੱਟੇ ਜਾਂਦੇ ਸੀ ਉਹਨਾਂ ਦੀਆਂ ਦੀਵਾਰਾਂ ਨੂੰ ਤੋੜਨ ਲਈ। ਠੀਕ ਹੈ ਜੀ, ਤੇ ਹੋਰ ਇਹਦੇ ਬਾਰੇ ਚ ਕੀ ਹੈ, ਵਿਸ਼ਾਲੀ ਦੇ ਵਿੱਚ ਇਹ ਕੀ ਕਰਦਾ ਹੈ, ਆਪਣਾ ਇੱਕ ਗੁਪਤਚਰ ਭੇਜਦਾ ਹੈ। ਠੀਕ ਹੈ, ਗੁਪਤਚਰ, ਕਿਆ ਨਾਮ ਹੈ ਗੁਪਤਚਰ ਦਾ? ਕਿਹੜਾ ਗੁਪਤਚਰ ਭੇਜਦਾ ਹੈ? ਵਰਸ਼ਕਾਰ। ਠੀਕ ਹੈ, ਵਰਸ਼ਕਾਰ ਗੁਪਤਚਰ ਨੂੰ ਇਹ ਭੇਜਦਾ ਹੈ। ਠੀਕ ਹੈ, ਤੇ ਇਹ 2 ਹਥਿਆਰ ਬਣਵਾਉਂਦਾ ਹੈ। ਉਹ 2 ਹਥਿਆਰ ਕਿਹੜੇ ਕਿਹੜੇ ਨੇ? ਇੱਕ ਹੈ रथ मुसल ते दूसरा है रथ मुसल ते एक है शील कष्टक। ठीक है, शील कष्टक। ठीक है, महाशील कष्टक, महाशील कर लो मुरे। ठीक है, बड़ा सीगा बड़े बड़े पत्थर, महाशील कष्टक। ठीक है, तो ये 2 की है हथियार बनाता है। फिर ये दोनों हथियारों का की है इस्तेमाल करते हुए अपनी खुफिया जानकारी नू यूज करते हुए फिर ये विशाली ते हमला बोल दिंदा है ते अंत विशाली नू की है ये जित लेंदा है। ठीक है जी, तो ये अजात शत्रु के बारे कुछ इंपॉर्टेंट गल्लां ने जिहड़ियां असीं पेपर पॉइंट ऑफ व्यू लई याद रखणियां ने। ठीक है, अजात शत्रु बहुत वधिया राजा सीगा अपने समय का, इहनूं होर कुणिक नाम नाल बोलिया जांदा सी ते पितृहंता भी कहा गया। ठीक है, अजात शत्रु का मतलब हुंदा है कि बिना शत्रुआं तो। ठीक है, या जिसका कोई दुश्मन ना होवे। ठीक है,
कोई दुश्मन ना होवे, ठीक है, या फिर दुश्मना ते काबू पाउण वाला, ठीक है। इस करके इहनूं की है अजात शत्रु भी कहा गया। पेपर दे विच आया होया सवाल कि अजात शत्रु दा मतलब की है, ठीक है। ਜਿਹੜੀ ਰਾਜਧਾਨੀ ਸੀ ਰਾਜਗਰੀ, ਇਹਨੂੰ ਹੋਰ ਮਜ਼ਬੂਤ ਕਰਨ ਲਈ ਕੀ ਕਰਦਾ ਹੈ, ਕਿਲੇ ਦਾ ਨਿਰਮਾਣ ਕਰਾ ਦਿੰਦਾ ਹੈ। ਵਿਸ਼ਾਲੀ ਦੇ ਵਿੱਚ ਜਿਹੜਾ ਕਿ ਇਹਦੇ ਪਿਤਾ ਬਿੰਬੀਸਾਰ ਪੂਰੀ ਤਰ੍ਹਾਂ ਜਿੱਤ ਨਹੀਂ ਪਾਏ ਸੀਗੇ, ਉੱਥੇ ਫਿਰ ਇਹ ਦੁਬਾਰਾ ਹਮਲਾ ਕਰਦਾ, ਪਰ ਉਦੋਂ ਪਹਿਲਾਂ ਕੀ ਆਪਣਾ ਇੱਕ ਗੁਪਤਚਰ ਭੇਜਦਾ ਹੈ, ਵਸ਼ਿਕਾਰ, ਠੀਕ ਹੈ। ਫਿਰ ਉਹਦੇ ਅਕੋਰਡਿੰਗ ਇਹ ਕੀ ਹੈ, 2 ਹਥਿਆਰ ਬਣਵਾਉਂਦਾ ਹੈ, ਰਥ ਮੂਸਲ ਤੇ ਮਹਾਸ਼ੀਲ ਕਸ਼ਟਕ, ਠੀਕ ਹੈ। ਫਿਰ ਇਹਨਾਂ ਹਥਿਆਰਾਂ ਦੀ ਤੇ ਆਪਣੀ ਯੋਜਨਾਵਾਂ ਦੇ ਤਹਿਤ ਫਿਰ ਇਹ ਵਿਸ਼ਾਲੀ ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲੈਂਦੇ ਨੇ, ਠੀਕ ਹੈ ਜੀ। ਤਾਂ ਇਹ ਸੀਗਾ ਅਜਾਤ ਸ਼ਤਰੂ ਦੇ ਬਾਰੇ ਚ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਜਿਹੜਾ ਅਜਾਤ ਸ਼ਤਰੂ ਹੈ ਤੋਂ ਬਾਅਦ ਫਿਰ ਵੀ ਇੱਕ ਰਾਜਾ ਆਂਦਾ ਹੈ, ਠੀਕ ਹੈ, ਉਹ ਹੈ ਉਦਾयन। ਅਜਾਤ ਸ਼ਤਰੂ ਤੋਂ ਬਾਅਦ ਜਿਹੜਾ ਰਾਜਾ ਬਣਦਾ ਉਹ ਕੌਣ ਹੈ, ਉਦਾयन, ਠੀਕ ਹੈ। ਹਾਲਾਂਕਿ ਅਜਾਤ ਸ਼ਤਰੂ ਦਾ ਵੀ ਜਿਹੜਾ ਅੰਤ ਹੈ ਉਹ ਵੀ ਕਿਸੇ ਨੇ ਉਹਨੂੰ ਵੀ ਕੀ ਹੈ ਮਾਰਿਆ ਹੀ ਸੀ, ਠੀਕ ਹੈ, ਪਰ ਉਹਦਾ ਇੰਨਾ ਜ਼ਿਕਰ ਨਹੀਂ ਹੁੰਦਾ। ਉਸ ਤੋਂ ਬਾਅਦ ਫਿਰ ਜਿਹੜਾ ਰਾਜਾ ਬਣਦਾ ਉਹ ਕੌਣ ਹੈ, ਉਦਾयन। ਉਦਾयन ਦੇ ਬਾਰੇ ਚ ਤੁਸੀਂ ਇੱਕੋ ਹੀ ਗੱਲ ਯਾਦ ਰੱਖਣੀ ਹੈ, ਉਦਾयन ਨੇ ਜਿਹੜੀ ਰਾਜਧਾਨੀ ਸੀਗੀ ਉਹ ਕੀ ਸੀ, ਰਾਜਗਿਰੀ ਤੋਂ ਸ਼ਿਫਟ ਕਰਕੇ ਕਿੱਥੇ ਕਰ ਲਈ ਸੀ ਹੁਣ ਉਹ, ਪਾਟਲੀਪੁੱਤਰ। ਪਾਟਲੀਪੁੱਤਰ ਤਾਂ ਪਾਟਲੀਪੁੱਤਰ ਸ਼ਹਿਰ ਹੈ ਜਿਹੜਾ ਕੌਣ ਵਸਾਉਂਦਾ ਹੈ, ਪਾਟਲੀਪੁੱਤਰ ਉਦਾयन ਦਾ ਵਸਾਇਆ ਹੋਇਆ ਸ਼ਹਿਰ ਹੈ, ਠੀਕ ਹੈ। ਤਾਂ ਪਾਟਲੀਪੁੱਤਰ ਜਿਹੜਾ ਹੈ ਅੱਜ ਉਹ ਕਿਹਦਾ ਹੈ, ਉਦਾयन ਦਾ ਵਸਾਇਆ ਹੋਇਆ ਹੈ, ਤੇ ਉਹ ਇਸੇ ਨੂੰ ਹੀ ਆਪਣੀ ਕੀ ਹੈ ਰਾਜਧਾਨੀ ਘੋਸ਼ਿਤ ਕਰ ਦਿੰਦਾ ਹੈ। ਤਾਂ ਰਾਜਗਿਰੀ ਤੋਂ ਪਾਟਲੀਪੁੱਤਰ ਲਿਜਾਣ ਵਾਲਾ ਰਾਜਧਾਨੀ ਕੌਣ ਸੀਗਾ, ਉਦਾयन, ਠੀਕ ਹੈ ਜੀ। ਫਿਰ ਉਦਾयन ਤੋਂ ਬਾਅਦ ਆਂਦਾ ਹੈ ਸਾਡੇ ਕੋਲ ਨਾਗ ਦਸ਼ਕ, ਠੀਕ ਹੈ। ਇਸ ਤੋਂ ਬਾਅਦ ਕੌਣ ਬਣਦਾ ਰਾਜਾ, ਨਾਗ ਦਸ਼ਕ, ਠੀਕ ਹੈ ਜੀ। ਨਾਗ ਦਸ਼ਕ ਜਿਹੜਾ ਸੀ ਇਹ ਬਹੁਤ ਕੋਈ ਖਾਸ ਰਾਜਾ ਨਹੀਂ ਸੀ, ਹੈ ਨਾ। ਜਦੋਂ ਜੱਦੀ ਪੁਸ਼ਤੀ ਆਪਾਂ ਨੂੰ ਕੀ ਹੈ ਮਿਲ ਜਾਂਦੀ ਹੈ ਕੋਈ ਗੱਦੀ, ਹੈ ਨਾ, ਤਾਂ ਉਹਦੀ ਉਨੀ ਉਹਨੂੰ ਅਹਿਮੀਅਤ ਨਹੀਂ ਪਤਾ ਹੁੰਦੀ। ਤਾਂ ਸੇਮ ਇਹਦੇ ਨਾਲ ਹੀ ਬਿੰਬੀਸਾਰ ਨੇ ਬੜੀ ਮਿਹਨਤ ਕਰੀ ਆਪਣੇ ਰਾਜਪਾਟ ਨੂੰ ਫੈਲਾਉਣ ਲਈ, ਫਿਰ ਅਜਾਤ ਸ਼ਤਰੂ ਨੇ, ਠੀਕ ਹੈ, ਫਿਰ ਉਦਾयन ਆ ਗਿਆ, ਠੀਕ ਹੈ, ਨਵਾਂ ਸ਼ਹਿਰ ਬਸਾਇਆ, ਪਰ ਹੁਣ ਇਹਨੂੰ ਸਾਰਾ ਕੁਝ ਕੀ ਸੀ, ਬਣਿਆ ਬਣਾਇਆ ਮਿਲ ਗਿਆ। ਜਦੋਂ ਬਣੀ ਬਣਾਈ ਖੀਰ ਪੱਕੀ ਪਕਾਈ ਮਿਲ ਜਾਂਦੀ ਹੈ ਤਾਂ ਖੋਟ ਕੱਢਣੇ ਬੜੇ ਹੀ ਸੌਖੇ ਹੋ ਜਾਂਦੇ ਨੇ, ਹੈ ਨਾ। ਪਰ ਜੇ ਆਪ ਬਣਾ ਕੇ ਖਾਣੀ ਪਵੇ ਫਿਰ ਬੜਾ ਉਹਦੀ ਕੀਮਤ ਦਾ ਪਤਾ ਹੁੰਦਾ। ਤਾਂ ਨਾਗ ਦਸ਼ਕ ਦਾ ਹੀ ਕੀ ਹੈ ਸੈਨਾਪਤੀ ਸੀਗਾ, ਠੀਕ ਹੈ। ਨਾਗ ਦਸ਼ਕ ਦਾ ਸੈਨਾਪਤੀ ਸੀ, ਉਹਨੇ ਦੇਖਿਆ ਵੀ ਇਹ ਤਾਂ ਕਿਸੇ ਕੰਮ ਦਾ ਹੈ ਨਹੀਂ, ਇਹਨੂੰ ਉਤਾਰੋ, ਚਲੋ ਇਹਨੂੰ ਕਰੋ ਰਫਾ ਦਫਾ। ਤਾਂ ਉਹ ਕੌਣ ਸੀਗਾ, ਸ਼ਿਸ਼ੂ ਨਾਗ, ਠੀਕ ਹੈ। ਤਾਂ ਸ਼ਿਸ਼ੂ ਨਾਗ ਇਹਦੀ ਕੀ ਹੈ ਹੱਤਿਆ ਕਰ ਦਿੰਦਾ ਹੈ। ਤਾਂ ਨਾਗ ਦਸ਼ਕ ਦੀ ਹੱਤਿਆ ਕਰਨ ਦੇ ਨਾਲ ਹੀ ਹਰਿਅੰਕ ਵੰਸ਼ ਦਾ ਵੀ ਕੀ ਹੈ ਅੰਤ ਹੋ ਜਾਂਦਾ ਹੈ। ਤੇ ਅੱਗੇ ਕਿਹੜਾ ਵੰਸ਼ ਆਉਂਦਾ ਹੈ, ਸ਼ਿਸ਼ੂ ਨਾਗ ਵੰਸ਼, ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਹਰਿਅੰਕ ਵੰਸ਼ ਤੋਂ ਬਾਅਦ ਫਿਰ ਕਿਹੜਾ ਵੰਸ਼ ਚੱਲੂਗਾ, ਸ਼ਿਸ਼ੂ ਨਾਗ ਵੰਸ਼, ਠੀਕ ਹੈ। ਤਾਂ ਸੈਨਾਪਤੀ ਹੋਰ ਵੰਸ਼ ਨੂੰ ਬਿਲੋਂਗ ਕਰਦਾ ਸੀ, ਇਹ ਅਲੱਗ ਵੰਸ਼ ਦੇ ਸੀ, ਠੀਕ ਹੈ। ਤਾਂ ਇਸੇ ਦੇ ਨਾਲ ਸ਼ਿਸ਼ੂ ਨਾਗ ਦੇ ਨਾਗ ਦਸ਼ਕ ਨੂੰ ਮਾਰਨ ਦੇ ਨਾਲ ਕੀ ਹੈ ਹਰਿਅੰਕ ਵੰਸ਼ ਦਾ ਅੰਤ ਹੋ ਜਾਂਦਾ ਹੈ, ਠੀਕ ਹੈ ਜੀ। ਤਾਂ ਇਹ 4 ਮੁੱਖ ਰਾਜੇ ਆਪਾਂ ਯਾਦ ਰੱਖਣੇ ਆ ਹਰਿਅੰਕ ਵੰਸ਼ ਦੇ ਵਿੱਚ, ਠੀਕ ਹੈ। ਹਰਿਅੰਕ ਵੰਸ਼ ਦੇ ਵਿੱਚ ਕਿਹੜੇ ਕਿਹੜੇ 4 ਮੁੱਖ ਰਾਜੇ ਹੋਏ, ਪਹਿਲਾ ਸੀਗਾ ਬਿੰਬੀਸਾਰ, ਬਿੰਬੀਸਾਰ ਤੋਂ ਬਾਅਦ ਫਿਰ ਸਾਡੇ ਕੋਲ ਆਇਆ ਅਜਾਤ ਸ਼ਤਰੂ, ਅਜਾਤ ਸ਼ਤਰੂ ਤੋਂ ਬਾਅਦ ਫਿਰ ਆਇਆ ਉਦਾयन, ਤੇ ਉਦਾयन ਤੋਂ ਬਾਅਦ ਹੈ ਸਾਡੇ ਕੋਲ ਨਾਗ ਦਸ਼ਕ, ਠੀਕ ਹੈ ਜੀ। ਹੁਣ ਅੱਗੇ ਆਪਾਂ ਕਰਾਂਗੇ ਸ਼ਿਸ਼ੂ ਨਾਗ ਵੰਸ਼ ਦੇ ਬਾਰੇ ਚ, ਠੀਕ ਹੈ। ਸ਼ਿਸ਼ੂ ਨਾਗ ਦੀ ਸਥਾਪਨਾ ਕਰਨ ਵਾਲਾ ਕੌਣ ਹੋ ਗਿਆ, खुद शिशु नाग, ठीक है जी। चलो।